ਆਧੁਨਿਕ ਕਾਵਿ ਨਕਸ਼ਨੁਹਾਰ ਪਾਠ ਪੁਸਤਕ ਨੂੰ ਅਸੀਂ ਪਹਿਲੇ ਸਮੈਸਟਰ ਵਿੱਚ ਪੜ੍ਹਨਾ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਪਹਿਲੇ 9 ਕਵੀਆਂ ਨੂੰ ਪੜ੍ਹ ਚੁੱਕੇ ਹਾਂ ਤੇ ਦੂਸਰੇ ਸਮੈਸਟਰ ਦੇ ਵਿੱਚ ਅਸੀਂ ਅਗਲੇ ਕਵੀਆਂ ਨੂੰ ਪੜ੍ਹਨਾ ਸ਼ੁਰੂ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਵੀ ਪਾਸ਼ ਨੂੰ ਪੜ੍ਹਾਂਗੇ। ਬੱਚਿਓ, ਪਾਸ਼ ਜੀ ਦੁਆਰਾ ਲਿਖੀਆਂ 4 ਕਵਿਤਾਵਾਂ ਨੂੰ ਅਸੀਂ ਦੂਸਰੇ ਸਮੈਸਟਰ ਦੇ ਵਿੱਚ ਪੜ੍ਹਾਂਗੇ। ਪਹਿਲੀ ਹੈ ਲੋਹਾ, ਦੂਸਰੀ ਹੈ ਉਹਦੇ ਨਾਂ, ਤੀਸਰੀ ਹੈ ਕਾਮਰੇਡ ਨਾਲ ਗੱਲਬਾਤ, ਚੌਥੀ ਹੈ ਪ੍ਰਤੀਬੱਧਤਾ। ਬੱਚਿਓ, ਪਾਸ਼ ਜਿਨ੍ਹਾਂ ਦਾ ਅਸਲ ਨਾਂ ਅਵਤਾਰ ਸਿੰਘ ਸੰਧੂ ਸੀ, ਉਹ ਕ੍ਰਾਂਤੀਕਾਰੀ ਸੰਵੇਦਨਾ ਵਾਲੀ ਖੁੱਲੀ ਕਵਿਤਾ ਲਿਖਣ ਵਾਲੇ ਸਿਰਮੌਰ ਸ਼ਾਇਰ ਹੋਏ ਆ। ਉਹਨਾਂ ਦਾ ਜਨਮ 9 ਸਤੰਬਰ 1950 ਈਸਵੀ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿਖੇ ਹੋਇਆ। ਉਹਨਾਂ ਨੇ ਨਕਸਲਬਾੜੀ ਲਹਿਰ ਦੇ ਵਿੱਚ ਵੀ ਸਰਗਰਮ ਭਾਗ ਲਿਆ ਤੇ ਇਸੇ ਕਰਕੇ ਉਹਨਾਂ ਨੂੰ ਕਾਫੀ ਸਮਾਂ ਜੇਲ੍ਹਾਂ ਦੇ ਵਿੱਚ ਵੀ ਬਤੀਤ ਕਰਨਾ ਪਿਆ। ਬੱਚੇ, ਉਹ ਕ੍ਰਾਂਤੀਕਾਰੀ ਹੋਣ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਈ ਲੋਕਾਂ ਦਾ ਵਿਰੋਧੀਆਂ ਦਾ ਮੁਕਾਬਲਾ ਵੀ ਕਰਨਾ ਪਿਆ। ਫਿਰ ਉਹ ਅਮਰੀਕਾ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਤੇ ਜਦੋਂ ਉਹ ਭਾਰਤ ਵਾਪਸ ਆਏ, ਆਪਣੀ ਧਰਤੀ ਤੇ ਪੰਜਾਬ ਵਾਪਸ ਆਏ, ਤਾਂ ਇੱਕ ਵਾਰ ਜਦੋਂ ਉਹ ਆਪਣੇ ਮਿੱਤਰ ਹੰਸਰਾਜ ਦੇ ਨਾਲ ਟਿਊਬਵੈੱਲ ਤੇ ਨਹਾਉਣ ਗਏ ਤਾਂ ਉਹਨਾਂ ਨੂੰ 23 ਮਾਰਚ 1988 ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਪਰ ਬੱਚਿਓ, ਆਪਣੀ ਉਹਨਾਂ ਨੇ ਇੰਨੀ ਛੋਟੀ ਜ਼ਿੰਦਗੀ ਦੇ ਵਿੱਚ ਇੰਨੀਆਂ ਕੁ ਕ੍ਰਾਂਤੀਕਾਰੀ ਲਿਖਤਾਂ ਸਾਨੂੰ ਦੇ ਦਿੱਤੀਆਂ ਕਿ ਜਿਹਦੇ ਕਰਕੇ ਅੱਜ ਵੀ ਪੰਜਾਬੀ ਸਾਹਿਤ ਜਗਤ ਵਿੱਚ ਉਹਨਾਂ ਦੇ ਬਰਾਬਰ ਦੀ ਸ਼ਖਸੀਅਤ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਉਹਨਾਂ ਨੇ ਜੋ ਪੁਸਤਕਾਂ ਲਿਖੀਆਂ, ਕਵਿਤਾਵਾਂ ਲਿਖੀਆਂ, ਉਹਨਾਂ ਨੂੰ ਲੋਕ ਅੱਜ ਵੀ ਬੜੇ ਉਤਸ਼ਾਹ ਨਾਲ ਪੜ੍ਹਦੇ ਆ। ਉਹਨਾਂ ਦੀਆਂ ਕਾਵਿ ਪੁਸਤਕਾਂ ਦੇ ਵਿੱਚ ਲੋਕ ਕਥਾ, ਉੱਡਦੇ ਬਾਜਾਂ ਮਗਰ, ਸਾਡੇ ਸਮਿਆਂ ਵਿੱਚ ਛਪੀਆਂ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀਆਂ ਅਣਛਪੀਆਂ ਕਵਿਤਾਵਾਂ ਖਿਲਰੇ ਹੋਏ ਵਰਕੇ ਨਾਂ ਹੇਠ ਵੀ ਛਪੀਆਂ ਤੇ ਪਾਸ਼ ਦੀਆਂ ਚਿੱਠੀਆਂ ਤੇ ਉਹਨਾਂ ਦੀ ਡਾਇਰੀ ਆਪਣੇ ਨਾਲ ਗੱਲਾਂ ਸਿਰਲੇਖ ਅਧੀਨ ਛਪੀ। ਉਹਨਾਂ ਨੇ ਕੁੱਲ 127 ਨਜ਼ਮਾਂ ਤੇ 4 ਗੀਤ ਲਿਖੇ। ਸੋ ਬੱਚਿਓ, ਉਹ ਆਪਣੀਆਂ ਇਹਨਾਂ ਲਿਖਤਾਂ ਦੇ ਵਿੱਚ ਜੁਝਾਰ ਵਿਦਰੋਹੀ ਭਾਵਾਂ ਨੂੰ ਬਿਆਨ ਕਰਦੇ ਰਹੇ ਤੇ ਇਹਨਾਂ ਜੁਝਾਰ ਵਿਦਰੋਹੀ ਭਾਵ ਕ੍ਰਾਂਤੀਕਾਰੀ ਭਾਵਾਂ ਨੂੰ ਹੀ ਉਹਨਾਂ ਨੇ ਆਪਣੀ ਕਵਿਤਾ ਲੋਹਾ ਦੇ ਵਿੱਚ ਪ੍ਰਗਟਾਇਆ। ਤੇ ਇਸ ਕਵਿਤਾ ਦੇ ਵਿੱਚ ਕਵੀ ਹਾਕਮ ਸਰਮਾਏਦਾਰ ਜਮਾਤ ਨੂੰ ਸੰਬੋਧਿਤ ਹੁੰਦਾ ਤੇ ਸੰਕੇਤਕ ਢੰਗ ਨਾਲ ਆਪਣੇ ਵਿਦਰੋਹੀ ਭਾਵਾਂ ਨੂੰ ਬਿਆਨ ਕਰਦਾ ਹੈ। ਬੱਚਿਓ, ਪੜ੍ਹਦੇ ਹਾਂ ਕਵਿਤਾ ਲੋਹਾ। ਕੀ ਕਹਿੰਦਾ ਹੈ ਕਵੀ? ਤੁਸੀਂ ਲੋਹੇ ਦੀ ਕਾਰ ਝੂਟਦੇ ਹੋ, ਮੇਰੇ ਕੋਲ ਲੋਹੇ ਦੀ ਬੰਦੂਕ ਹੈ। ਮੈਂ ਲੋਹਾ ਖਾਧਾ ਹੈ, ਤੁਸੀਂ ਲੋਹੇ ਦੀ ਗੱਲ ਕਰਦੇ ਹੋ। ਲੋਹਾ ਜਦ ਪਿਘਲਦਾ ਹੈ ਤਾਂ ਭਾਫ਼ ਨਹੀਂ ਨਿਕਲਦੀ, ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ ਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਘਲ ਜਾਂਦਾ ਹੈ। ਪਿਘਲੇ ਹੋਏ ਲੋਹੇ ਨੂੰ ਕਿਸੇ ਵੀ ਆਕਾਰ ਵਿੱਚ ਢਾਲਿਆ ਜਾ ਸਕਦਾ ਹੈ। ਕੁਠਾਲੀ ਵਿੱਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ। ਹੁਣ ਇਹ ਸ਼ਬਦ ਕਵੀ ਕਿਹਨੂੰ ਕਹਿ ਰਿਹਾ? ਸਰਮਾਏਦਾਰਾਂ ਨੂੰ ਕਹਿ ਰਿਹਾ, ਹਾਕਮਾਂ ਨੂੰ ਕਹਿ ਰਿਹਾ ਕਿ ਤੁਸੀਂ ਤਾਂ ਲੋਹੇ ਦੀ ਕਾਰ ਝੂਟਦੇ ਹੋ, ਭਾਵ ਅਮੀਰੀ ਵਾਲਾ ਜੀਵਨ ਬਤੀਤ ਕਰਦੇ ਹੋ। ਪਰ ਲੇਖਕ ਕੀ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਲੋਹੇ ਦੀ ਬੰਦੂਕ ਹੈ, ਭਾਵ ਉਹਦੇ ਕੋਲ ਕ੍ਰਾਂਤੀਕਾਰੀ ਵਿਚਾਰ ਹੈ। ਹੁਣ ਬੰਦਾ ਕ੍ਰਾਂਤੀਕਾਰੀ ਕਦੋਂ ਬਣਦਾ ਹੈ? ਜਦੋਂ ਉਹਦੇ ਨਾਲ ਸਰਮਾਏਦਾਰ ਹਾਕਮ ਧੱਕਾ ਕਰਦੇ ਆ। ਇਸੇ ਕਰਕੇ ਉਹ ਲਿਖਦਾ ਹੈ ਮੈਂ ਲੋਹਾ ਖਾਧਾ ਹੈ, ਭਾਵ ਲੇਖਕ ਨੇ ਤੰਗੀਆਂ ਦੇ ਕਰਕੇ ਦੁੱਖ ਤੇ ਭੁੱਖ ਦੇ ਨਾਲ ਭਰਿਆ ਹੋਇਆ ਜੀਵਨ ਗੁਜ਼ਾਰਿਆ ਤੇ ਕਹਿੰਦਾ ਹੈ ਕਿ ਤੁਸੀਂ ਤਾਂ ਸਿਰਫ ਲੋਹੇ ਦੀ ਗੱਲ ਕਰਦੇ ਹੋ, ਭਾਵ ਵਪਾਰ ਦੇ ਨਾਲ ਹੋਣ ਵਾਲੇ ਲਾਭ ਦੀ ਹੀ ਗੱਲ ਕਰਦੇ ਹੋ। ਲੋਹਾ ਕਹਿੰਦਾ ਜਦੋਂ ਪਿਘਲਦਾ ਹੈ ਤਾਂ ਭਾਫ਼ ਨਿਕਲਦੀ ਆ ਉਹਦੇ ਵਿੱਚੋਂ। ਤੇ ਇਸੇ ਤਰ੍ਹਾਂ ਜਦੋਂ ਇੱਕ ਮਜ਼ਦੂਰ ਦੇ ਨਾਲ, ਗਰੀਬ ਦੇ ਨਾਲ ਧੱਕਾ ਹੁੰਦਾ ਹੈ ਤਾਂ ਉਹਨਾਂ ਦੇ ਦਿਲਾਂ ਨੂੰ ਜਦੋਂ ਸੱਟ ਵੱਜਦੀ ਹੈ ਤਾਂ ਕਵੀ ਦਾ ਕਹਿਣਾ ਹੈ ਕਿ ਉਹ ਲੋਹੇ ਨੂੰ ਵੀ ਪਿਘਲਾ ਦਿੰਦੇ ਆ। ਇੱਥੇ ਲਿਖਿਆ ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ ਚੋਂ, ਕੁਠਾਲੀ ਹੁੰਦੀ ਹੈ ਬੱਚਿਓ ਉਹ ਭਾਂਡਾ ਜਿਹਦੇ ਵਿੱਚ ਕਿਸੇ ਵੀ ਧਾਤ ਨੂੰ ਪਾਈਏ ਤਾਂ ਉਹਨੂੰ ਪਿਘਲਾਇਆ ਜਾ ਸਕਦਾ ਹੈ, ਢਾਲਿਆ ਜਾ ਸਕਦਾ ਹੈ। ਕੁਠਾਲੀ ਚੁੱਕਣ ਵਾਲੇ ਕਵੀ ਨੇ ਮਜ਼ਦੂਰਾਂ ਨੂੰ ਕਿਹਾ ਹੈ ਕਿ ਜਦੋਂ ਉਹਨਾਂ ਦੇ ਨਾਲ ਧੱਕਾ ਹੁੰਦਾ ਹੈ ਤਾਂ ਫਿਰ
ਲੋਹਾ ਵੀ ਪਿਘਲ ਜਾਂਦਾ ਹੈ, ਕਿਉਂਕਿ ਉਹਨਾਂ ਦੇ ਦਿਲਾਂ ਵਿੱਚੋਂ ਕ੍ਰਾਂਤੀ ਰੂਪੀ ਭਾਫ਼ ਨਿਕਲੇਗੀ ਤੇ ਇਸ ਕ੍ਰਾਂਤੀ ਰੂਪੀ ਭਾਫ਼ ਨਾਲ ਪਿਘਲੇ ਹੋਏ ਲੋਹੇ ਨੂੰ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ, ਕਿਸੇ ਵੀ ਆਕਾਰ ਵਿੱਚ ਉਹਨੂੰ ਢਾਲਿਆ ਜਾ ਸਕਦਾ ਹੈ। ਇਸੇ ਕਰਕੇ ਉਹ ਕਹਿੰਦਾ ਹੈ, ਕੁਠਾਲੀ ਵਿੱਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ। ਤੇ ਜਦੋਂ ਇੱਕ ਖਪਿਆ ਹੋਇਆ ਗਰੀਬ ਆਰਥਿਕ ਦੁਸ਼ਵਾਰੀਆਂ ਝੱਲਦਾ ਮਜ਼ਦੂਰ ਕ੍ਰਾਂਤੀ ਦਾ ਰਾਹ ਫੜਦਾ ਹੈ, ਤਾਂ ਫਿਰ ਉਹ ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ ਬਦਲਣ ਦੀ ਹਿੰਮਤ ਰੱਖਦਾ ਹੈ, ਹੌਸਲਾ ਰੱਖਦਾ ਹੈ। ਅੱਗੇ ਉਹ ਲਿਖਦਾ ਹੈ, ਇਹ ਮੇਰੀ ਬੰਦੂਕ ਤੁਹਾਡੀਆਂ ਬੈਂਕਾਂ ਦੇ ਸੇਫ ਤੇ ਪਹਾੜਾਂ ਨੂੰ ਉਲਟਾਉਣ ਵਾਲੀਆਂ ਮਸ਼ੀਨਾਂ ਸਭ ਲੋਹੇ ਦੇ ਹਨ। ਤੇ ਹੁਣ ਕਵੀ ਕੀ ਕਹਿੰਦਾ ਹੈ ਕਿ ਜਿਹੜਾ ਪਿਘਲਿਆ ਹੋਇਆ ਲੋਹਾ ਹੈ, ਤੁਸੀਂ ਉਹਦੇ ਨਾਲ ਕੁਝ ਵੀ ਬਣਾ ਸਕਦੇ ਹੋ। ਕਹਿੰਦਾ ਇਹ ਮੇਰੀ ਜਿਹੜੀ ਬੰਦੂਕ ਹੈ, ਜਾਂ ਫਿਰ ਬੈਂਕਾਂ ਦੇ ਸੇਫ ਭਾਵ ਤਿਜੋਰੀ, ਉਹ ਵੀ ਲੋਹੇ ਨੂੰ ਪਿਘਲਾ ਕੇ ਹੀ ਬਣਾਈ ਗਈ ਹੈ। ਤੇ ਪਹਾੜਾਂ ਨੂੰ ਉਲਟਾਉਣ ਵਾਲੀਆਂ ਮਸ਼ੀਨਾਂ, ਜੋ ਪਹਾੜਾਂ ਨੂੰ ਵੀ ਖੋਦ ਕੇ ਪੱਧਰਾ ਕਰ ਦਿੰਦੀਆਂ, ਉਹ ਵੀ ਸਾਰੀਆਂ ਲੋਹੇ ਤੋਂ ਬਣੀਆਂ ਹੋਈਆਂ। ਸ਼ਹਿਰ ਤੋਂ ਉਜਾੜ ਤੱਕ ਹਰ ਫਰਕ, ਭੈਣ ਤੋਂ ਵੇਸਵਾ ਤੱਕ ਹਰ ਅਹਿਸਾਸ, ਮਾਲਕ ਤੋਂ ਮਾਤਹਿਤ ਤੱਕ ਹਰ ਰਿਸ਼ਤਾ, ਬਿੱਲ ਤੋਂ ਕਾਨੂੰਨ ਤੱਕ ਹਰ ਸਫ਼ਰ, ਲੋਟੂ ਨਿਜ਼ਾਮ ਤੋਂ ਇਨਕਲਾਬ ਤੱਕ ਹਰ ਇਤਿਹਾਸ, ਜੰਗਲ ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤੱਕ ਹਰ ਮੁਕਾਮ ਸਭ ਲੋਹੇ ਦੇ ਹਨ। ਕੀ ਕਹਿੰਦਾ ਹੈ ਕਿ ਸ਼ਹਿਰ ਤੇ ਉਜਾੜ ਵਿੱਚ ਜੋ ਫਰਕ ਹੈ, ਉਹ ਸਿਰਫ ਲੋਹੇ ਦੇ ਸਦਕਾ ਹੀ ਹੈ। ਭੈਣ ਤੋਂ ਬੇਸਵਾ ਤੱਕ ਹਰ ਅਹਿਸਾਸ, ਭਾਵ ਜੇਕਰ ਭੈਣ ਹੈ, ਭੈਣ ਦੀ ਰੱਖਿਆ ਕਰਨੀ ਹੈ, ਫਿਰ ਵੀ ਲੋਹੇ ਦੀ ਜ਼ਰੂਰਤ ਪਏਗੀ। ਤੇ ਜੇਕਰ ਇੱਕ ਇਸਤਰੀ ਨੂੰ ਦੇ ਨਾਲ ਧੱਕਾ ਕਰਨਾ ਹੈ, ਉਹਨੂੰ ਵੇਸਵਾ ਬਣਾਉਣਾ ਹੈ, ਉੱਥੇ ਵੀ ਲੋਹੇ ਦੀ ਹੀ ਜ਼ਰੂਰਤ ਪੈਂਦੀ ਹੈ, ਕਿਉਂਕਿ ਧਨ ਪ੍ਰਾਪਤੀ ਜਾਂ ਫਿਰ ਹਥਿਆਰ ਬਣਾਉਣ ਦੇ ਪਿੱਛੇ ਲੋਹੇ ਦਾ ਬਹੁਤ ਬੜਾ ਹੱਥ ਹੈ। ਮਾਲਕ ਤੋਂ ਮਾਤਹਿਤ ਤੱਕ ਹਰ ਰਿਸ਼ਤਾ, ਮਾਤਹਿਤ ਭਾਵ ਅਧੀਨ ਜਾਂ ਗੁਲਾਮ ਹੋਣਾ। ਇਸ ਤਰ੍ਹਾਂ ਮਾਲਕ ਤੇ ਗੁਲਾਮ ਦੇ ਵਿੱਚ ਜਿਹੜਾ ਫਰਕ ਹੈ, ਉਹ ਵੀ ਲੋਹੇ ਸਦਕਾ ਹੀ ਹੈ। ਜਿਹੜਾ ਅਮੀਰ ਹੈ, ਉਹਦੇ ਕੋਲ ਪੈਸਾ ਹੈਗਾ ਤੇ ਉਹਦੇ ਕੋਲ ਸੁੱਖ ਸਹੂਲਤਾਂ ਹੈ, ਤੇ ਗਰੀਬ ਦੇ ਕੋਲ ਉਹ ਚੀਜ਼ਾਂ ਨਹੀਂ ਹੈ। ਇਸੇ ਤਰ੍ਹਾਂ ਬਿੱਲ ਤੇ ਕਾਨੂੰਨ ਤੱਕ ਹਰ ਸਫ਼ਰ, ਕੋਈ ਵੀ ਬਿੱਲ ਨੂੰ ਕਾਨੂੰਨ ਬਣਨ ਤੱਕ ਲੈ ਕੇ ਜਾਣ ਵਾਲੀ ਸ਼ਕਤੀ ਵੀ ਕਵੀ ਦੇ ਅਨੁਸਾਰ ਲੋਹਾ ਹੀ ਹੈ। ਫਿਰ ਕੀ ਕਹਿੰਦਾ, ਲੋਟੂ ਨਿਜ਼ਾਮ ਤੋਂ, ਨਿਜ਼ਾਮ ਭਾਵ ਰਾਜ ਪ੍ਰਬੰਧ ਤੋਂ ਇਨਕਲਾਬ ਤੱਕ ਹਰ ਇਤਿਹਾਸ, ਤੇ ਇਸੇ ਤਰ੍ਹਾਂ ਲੁੱਟਣ ਵਾਲੀ ਜਮਾਤ, ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲਾ ਰਾਜ ਪ੍ਰਬੰਧ ਤੇ ਕ੍ਰਾਂਤੀ ਜਾਂ ਇਨਕਲਾਬ ਦੁਆਰਾ ਉਸ ਰਾਜ ਨੂੰ ਉਲਟਾਉਣ ਦੇ ਵਿੱਚ ਵੀ ਕਵੀ ਅਨੁਸਾਰ ਲੋਹੇ ਦੀ ਹੀ ਭੂਮਿਕਾ ਹੁੰਦੀ ਹੈ। ਜੰਗਲ ਭੌਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤੱਕ ਹਰ ਮੁਕਾਮ ਸਭ ਲੋਹੇ ਦੇ ਹਨ। ਇੰਟੈਰੋਗੇਸ਼ਨ ਹੁੰਦਾ ਬੱਚਿਓ ਅਪਰਾਧੀ ਕੋਲੋਂ ਪੁੱਛਗਿੱਛ ਕਰਨਾ, ਮੁਕਾਮ ਹੁੰਦਾ ਹੈ ਥਾਂ ਜਾਂ ਟਿਕਾਣਾ। ਜਦੋਂ ਸਰਮਾਏਦਾਰ ਲੋਕਾਂ ਦੇ ਨਾਲ ਧੱਕਾ ਕਰਦੇ ਆ ਤਾਂ ਕ੍ਰਾਂਤੀਕਾਰੀ ਉੱਠਦੇ ਆ, ਵਿਦਰੋਹ ਹੁੰਦੇ ਆ, ਤੇ ਇਹੋ ਜਿਹੇ ਵਿਦਰੋਹੀ ਜੰਗਲਾਂ ਭੌਰਿਆਂ ਤੇ ਝੁੱਗੀਆਂ ਦੇ ਵਿੱਚ ਲੁਕਦੇ ਆ ਤੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਪੁੱਛਗਿੱਛ ਦਾ ਅਮਲ ਸ਼ੁਰੂ ਹੁੰਦਾ ਹੈ। ਉਹਦੇ ਪਿੱਛੇ ਵੀ ਲੋਹਾ ਹੀ ਪ੍ਰਧਾਨ ਹੁੰਦਾ ਹੈ। ਇਸ ਤਰ੍ਹਾਂ ਕਵੀ ਦਾ ਕਹਿਣਾ ਹੈ ਕਿ ਮੁਲਕ ਦੀ ਸਾਰੀ ਤਕਦੀਰ ਲੋਹੇ ਵਿੱਚੋਂ ਹੀ ਟਲੀ ਹੁੰਦੀ ਹੈ। ਅੱਗੇ ਕੀ ਕਹਿੰਦਾ ਹੈ, ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ ਕਿ ਲੋਹੇ ਤੇ ਨਿਰਭਰ ਲੋਕ ਲੋਹੇ ਦੀਆਂ ਪੱਤੀਆਂ ਖਾ ਕੇ ਖੁਦਕਸ਼ੀ ਕਰਨੋਂ ਹਟ ਜਾਣ। ਮਸ਼ੀਨਾਂ ਵਿੱਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ ਲਾਵਾਰਸਾਂ ਦੀਆਂ ਤੀਵੀਆਂ ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ ਕੱਪੜੇ ਤੱਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ। ਪਰ ਆਖਰ ਲੋਹੇ ਨੂੰ ਪਿਸਤੌਲਾਂ, ਬੰਦੂਕਾਂ ਤੇ ਬੰਬਾਂ ਦੀ ਸ਼ਕਲ ਇਖਤਿਆਰ ਕਰਨੀ ਪਈ ਹੈ। ਇੱਥੇ ਕਵੀ ਸਰਮਾਏਦਾਰ ਹਾਕਮ ਜਮਾਤ ਨੂੰ ਸੰਬੋਧਿਤ ਹੁੰਦਾ ਹੈ, ਕਹਿੰਦਾ ਹੈ ਕਿ ਲੋਹੇ ਨੇ ਬਹੁਤ ਲੰਮਾ ਸਮਾਂ ਉਡੀਕ ਕੀਤੀ ਹੈ ਕਿ ਲੋਹੇ ਦੇ ਕਾਰਖਾਨਿਆਂ ਉੱਤੇ ਨਿਰਭਰ ਲੋਕ ਲੋਹੇ ਦੀਆਂ ਪੱਤੀਆਂ ਖਾ ਕੇ, ਭਾਵ ਦੁੱਖ ਤਕਲੀਫਾਂ ਵਿੱਚੋਂ ਲੰਘ ਕੇ, ਗਰੀਬੀ ਭਰਿਆ ਜੀਵਨ ਗੁਜ਼ਾਰ ਕੇ ਉਹ ਖੁਦਕੁਸ਼ੀਆਂ ਨਾ ਕਰਨ, ਮਰਨੋਂ ਹਟ ਜਾਣ ਉਹ। ਤੇ ਕੰਮ ਕਰਦੇ ਹੋਏ ਕਾਰਖਾਨਿਆਂ ਦੇ ਵਿੱਚ ਸਰੀਰ ਉਹਨਾਂ ਦਾ ਕੱਟਿਆ ਵੱਢਿਆ ਵੀ ਜਾਂਦਾ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਲਵਾਰਿਸ ਕਰਾਰ ਦਿੱਤਾ ਜਾਂਦਾ ਹੈ।
ਤੇ ਉਹਨਾਂ ਦੀਆਂ ਤੀਵੀਆਂ, ਉਹਨਾਂ ਦੀਆਂ ਘਰਵਾਲੀਆਂ ਆਪਣੇ ਪੇਟ ਨੂੰ ਪਾਲਣ ਲਈ, ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਮਜਬੂਰ ਹੁੰਦੀਆਂ ਹੈ ਤੇ ਉਹਨਾਂ ਮਾਲਕਾਂ ਦੇ ਸਾਹਮਣੇ ਆਪ ਆਪਣੇ ਕੱਪੜੇ ਲਾਹ ਕੇ ਉਹਨਾਂ ਦੀ ਹਵਸ ਦਾ ਸ਼ਿਕਾਰ ਹੋਣ ਦੇ ਲਈ ਮਜਬੂਰ ਹੁੰਦੀਆਂ ਹੈ। ਇਸੇ ਕਰਕੇ ਕਵੀ ਕਹਿੰਦਾ ਹੈ ਕਿ ਹੁਣ ਲੋਹੇ ਦਾ ਸਬਰ ਟੁੱਟ ਚੁੱਕਿਆ, ਉਹਦਾ ਸਬਰ ਦਾ ਬੰਨ ਜਿਹੜਾ ਉਹ ਖਤਮ ਹੋ ਚੁੱਕਿਆ, ਟੁੱਟ ਚੁੱਕਿਆ। ਤੇ ਇਸੇ ਕਰਕੇ ਉਸ ਲੋਹੇ ਨੇ ਪਿਸਤੌਲਾਂ, ਬੰਦੂਕਾਂ ਤੇ ਬੰਬਾਂ ਦੀ ਸ਼ਕਲ ਇਖਤਿਆਰ ਕਰ ਲਈ ਹੈ, ਭਾਵ ਧਾਰਨ ਕਰ ਲਈ ਹੈ। ਤੇ ਉਹ ਲਿਖਦਾ ਹੈ, ਤੁਸੀਂ ਲੋਹੇ ਦੀ ਚਮਕ ਵਿੱਚ ਝੁੰਧਿਆ ਕੇ ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ, ਪਰ ਮੈਂ ਲੋਹੇ ਦੀ ਅੱਖ ਨਾਲ ਮਿੱਤਰਾਂ ਦੇ ਮੁਖੌਟੇ ਪਾਈ ਦੁਸ਼ਮਣ ਵੀ ਪਹਿਚਾਣ ਸਕਦਾ ਹਾਂ, ਕਿਉਂਕਿ ਮੈਂ ਲੋਹਾ ਖਾਧਾ ਹੈ। ਤੁਸੀਂ ਲੋਹੇ ਦੀ ਗੱਲ ਕਰਦੇ ਹੋ। ਤੇ ਅੰਤ ਕਵੀ ਇਹਨਾਂ ਅਮੀਰ ਹਾਕਮਾਂ ਨੂੰ ਕਹਿੰਦਾ ਹੈ ਕਿ ਅਮੀਰੀ ਕਾਰਨ, ਉਹ ਅਮੀਰੀ ਦੀ ਚਮਕ ਦੇ ਕਰਕੇ ਉਹਨਾਂ ਦੀਆਂ ਅੱਖਾਂ ਚੁੰਧਿਆ ਗਈਆਂ। ਇਸੇ ਕਰਕੇ ਉਹ ਆਪਣੀ ਧੀ ਦੇ ਬਰਾਬਰ ਦੀ ਇੱਕ ਲੜਕੀ ਨੂੰ ਆਪਣੀ ਪਤਨੀ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉਹ ਮਜਬੂਰ ਔਰਤ ਕਿਸੇ ਦੇ ਕੋਲ ਜਾ ਕੇ ਰੋਟੀ ਨਹੀਂ ਮੰਗ ਸਕਦੀ, ਉਹ ਮਜਬੂਰ ਹੁੰਦੀ ਆ। ਤੇ ਇਸ ਚੀਜ਼ ਦਾ ਫਾਇਦਾ ਉਹ ਅਮੀਰ ਸਰਮਾਏਦਾਰ ਉਠਾਉਂਦੇ ਆ। ਤੇ ਕਵੀ ਦਾ ਕਹਿਣਾ ਹੈ ਕਿ ਇਹੋ ਜਿਹੇ ਲੋਕ ਜਿਹੜੇ ਗਰੀਬ ਲੋਕਾਂ ਦਾ ਘਾਣ ਕਰਦੇ ਆ, ਕਹਿੰਦਾ ਉਹਨਾਂ ਨੂੰ ਉਹ ਲੋਹੇ ਦੀ ਅੱਖ ਹੋਣ ਕਰਕੇ, ਇਹ ਜਿਹੜੇ ਦੁਸ਼ਮਣ ਲੋਕ ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਮਿੱਤਰ ਕਹਿੰਦੇ ਆ, ਕਹਿੰਦਾ ਉਹਨਾਂ ਨੂੰ ਉਹ ਪਛਾਣ ਸਕਦਾ ਹੈ, ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਲੋਹਾ ਖਾਧਾ ਹੈ, ਭਾਵ ਮੈਂ ਗਰੀਬੀ, ਦੁੱਖ, ਜ਼ੁਲਮ ਮੈਂ ਝੱਲੇ ਹੈ, ਜਿਹਦੇ ਕਰਕੇ ਉਹਨੂੰ ਆਪਣੀ ਜ਼ਿੰਦਗੀ ਦਾ ਇੰਨਾ ਕੁ ਅਨੁਭਵ ਹੈਗਾ, ਇੰਨਾ ਕੁ ਲੰਬਾ ਤਜਰਬਾ ਹੈਗਾ ਹੈ ਕਿ ਉਹ ਪਹਿਚਾਣ ਸਕਦਾ ਹੈ ਕਿ ਕਿਹੜਾ ਬੰਦਾ ਝੂਠਾ ਹੈ ਤੇ ਕਿਹੜਾ ਬੰਦਾ ਸੱਚਾ ਹੈ। ਤੇ ਅੰਤ ਉਹ ਕਹਿੰਦਾ ਹੈ ਕਿ ਜਿਹੜੇ ਇਹ ਅਮੀਰ ਸਰਮਾਏਦਾਰ ਲੋਕ ਹੈ, ਇਹ ਸਿਰਫ ਲੋਹੇ ਦੀ ਗੱਲ ਅਮੀਰ ਹੋਣ ਦੇ ਲਈ ਹੀ ਕਰ ਸਕਦੇ ਆ, ਲਾਭ ਕਮਾਉਣ ਲਈ ਹੀ ਕਰ ਸਕਦੇ, ਇਹਨਾਂ ਨੂੰ ਆਮ ਲੋਕਾਂ ਦੇ ਦੁੱਖ ਤਕਲੀਫਾਂ ਦੇ ਨਾਲ ਕੋਈ ਮਤਲਬ ਨਹੀਂ ਹੈ।